ਹਾਂਜੀ ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੀ ਇੰਗਲਿਸ਼ ਇਲੈਕਟਿਵ ਕਲਾਸ +1 ਦਾ 7ਵਾਂ ਐਸੇ ਸੋਹਰਾਬ ਐਂਡ ਰੁਸਤਮ ਪਾਰਟ 2 ਸ਼ੁਰੂ ਕੀਤਾ ਹੋਇਆ ਹੈ। ਅੱਜ ਵਾਲੇ ਵੀਡੀਓ ਦੇ ਵਿੱਚ ਇਸ ਚੈਪਟਰ ਦੇ ਐਂਡ ਵਿੱਚ ਦਿੱਤੀਆਂ ਹੋਈਆਂ ਕੁਝ ਗ੍ਰਾਮਰ ਐਕਸਰਸਾਈਜ਼ਸ ਨੰਬਰ 2 ਅਤੇ ਨੰਬਰ 3 ਸੋਲੂਸ਼ਨਸ ਸਮੇਤ ਡਿਸਕਸ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ 5ਵਾਂ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਸੋਹਰਾਬ ਐਂਡ ਰੁਸਤਮ ਪਾਰਟ 2 ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਤੁਹਾਨੂੰ ਆਲਰੇਡੀ ਕਰਵਾ ਚੁੱਕਿਆ ਹਾਂ। ਮੈਂ 2 ਪਾਰਟਸ ਦੇ ਵਿੱਚ ਇਹ ਚੈਪਟਰ ਦੀ ਐਕਸਪਲੇਨੇਸ਼ਨ ਕਵਰ ਕੀਤੀ ਹੈ ਤੇ ਮੈਂ ਦੋਨੇ ਵੀਡੀਓਜ਼ ਤੁਹਾਡੇ ਨਾਲ ਆਲਰੇਡੀ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਦੋਨੇ ਵੀਡੀਓ ਜ਼ਰੂਰ ਦੇਖੇ ਹੋਣਗੇ, ਕਿਉਂਕਿ ਤਾਂ ਹੀ ਅੱਜ ਵਾਲੀਆਂ ਗ੍ਰਾਮਰ ਐਕਸਰਸਾਈਜ਼ਸ ਆਪਾਂ ਨੂੰ ਕਲੀਅਰ ਹੋ ਸਕਦੀਆਂ ਨੇ, ਬਿਕੋਜ਼ ਇਹਨਾਂ ਐਕਸਰਸਾਈਜ਼ ਦੇ ਵਿੱਚ ਜਿੰਨੇ ਵੀ ਸੈਂਟੈਂਸਿਸ ਲਏ ਗਏ ਨੇ ਇਹ ਚੈਪਟਰ ਦੇ ਵਿੱਚੋਂ ਹੀ ਲਏ ਗਏ ਨੇ। ਤਾਂ ਜੇਕਰ ਤੁਸੀਂ ਇਹ ਵੀਡੀਓਜ਼ ਮਿਸ ਕੀਤੇ ਹਨ ਤਾਂ ਮੈਂ ਤੁਹਾਨੂੰ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਉਸ ਉੱਤੇ ਜਾ ਕੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਅੱਜ ਦੀਆਂ ਗ੍ਰਾਮਰ ਐਕਸਰਸਾਈਜ਼ਸ ਪੂਰੀ ਤਰ੍ਹਾਂ ਕਲੀਅਰ ਹੋ ਜਾਣ। ਹਾਂਜੀ ਸਟੂਡੈਂਟਸ, ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਤਾਂ ਪੇਜ ਨੰਬਰ 69 ਦੇ ਉੱਤੇ ਤੁਹਾਡੀ ਸੈਕਿੰਡ ਐਕਸਰਸਾਈਜ਼ ਹੈ ਜੀ, ਸਟੱਡੀ ਦਾ ਸੈਂਟੈਂਸਿਸ ਇਨ ਦਾ ਟੇਬਲ। ਤਾਂ ਇੱਕ ਤੁਹਾਨੂੰ ਟੇਬਲ ਦਿੱਤਾ ਹੋਇਆ ਹੈ, ਤਾਂ ਉਸ ਦੇ ਵਿੱਚ ਜੀ 3 ਕਾਲਮਸ ਨੇ। ਪਹਿਲੇ ਕਾਲਮ ਦੇ ਵਿੱਚ ਇੱਕ ਕਾਮਨ ਤੌਰ ਤੇ ਲਿਖਿਆ ਹੋਇਆ ਜੀ ਇਫ, ਦੂਸਰੇ ਕਾਲਮ ਦੇ ਵਿੱਚ 3 ਸੈਂਟੈਂਸਿਸ ਹੈ 1 2 ਐਂਡ 3, ਅਤੇ ਤੀਸਰੇ ਕਾਲਮ ਦੇ ਵਿੱਚ ਅੱਗੇ ਉਸ ਦੇ ਨਾਲ ਸੈਂਟੈਂਸਿਸ ਜੁੜੇ ਹੋਏ ਹੈ। ਤਾਂ ਇੱਥੇ ਕਿਉਂਕਿ ਪਹਿਲੇ ਕਾਲਮ ਦੇ ਵਿੱਚ ਸਟੂਡੈਂਟਸ ਇਫ ਲੱਗਿਆ ਹੋਇਆ, ਇਹਦਾ ਮਤਲਬ ਹੈ ਕਿ ਇਫ ਆਪਾਂ ਇਸ ਸੈਂਟੈਂਸ ਦੇ ਨਾਲ ਵੀ ਸ਼ੁਰੂ 'ਚ ਜੋੜਨਾ ਹੈ, ਇਸ ਸੈਂਟੈਂਸ ਦੇ ਨਾਲ ਵੀ ਜੋੜਨਾ ਹੈ ਅਤੇ ਇਸ ਸੈਂਟੈਂਸ ਦੇ ਨਾਲ ਵੀ ਜੋੜਨਾ ਹੈ, ਅਤੇ ਫਿਰ ਦੂਸਰੇ ਕਾਲਮ ਵਾਲੇ ਸੈਂਟੈਂਸ ਨੂੰ ਆਪਾਂ ਇਹਦੇ ਨਾਲ ਜੋੜ ਕੇ ਦੇਖਣਾ ਹੈ ਤੇ ਇਸੇ ਤਰ੍ਹਾਂ ਦੂਸਰੇ ਨੂੰ ਇਸ ਦੇ ਨਾਲ ਜੋੜਨਾ ਹੈ ਤੇ ਤੀਸਰੇ ਸੈਂਟੈਂਸ ਨੂੰ ਇਸ ਨਾਲ ਜੋੜ ਕੇ ਦੇਖਣਾ ਹੈ। ਤਾਂ ਅਸੀਂ ਪਹਿਲਾਂ ਬੱਚਿਓ ਸੈਂਟੈਂਸ ਪੜ੍ਹ ਲੈਂਦੇ ਹਾਂ। ਤਾਂ ਬੱਚਿਓ ਪਹਿਲਾ ਸੈਂਟੈਂਸ ਹੈ ਇਫ ਆਈ ਹੈਡ ਬੀਨ ਏਬਲ ਟੂ ਫਾਈਂਡ ਅ ਯੰਗਰ ਚੈਂਪੀਅਨ ਆਈ ਵੁੱਡ ਨਾਟ ਹੈਵ ਕਾਲਡ ਯੂ ਅਵੇ ਫਰੋਮ ਯੂਰ ਏਜਡ ਫਾਦਰ। ਤਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਪੂਰੇ ਦਾ ਪੂਰਾ ਸੈਂਟੈਂਸ ਚੈਪਟਰ ਦੇ ਵਿੱਚੋਂ ਹੀ ਲਿਆ ਗਿਆ ਹੈ, ਜਦੋਂ ਕਾਇਕੂਜ਼ ਕਹਿੰਦਾ ਹੈ ਸੋਹਰਾਬ ਨੂੰ ਕਿ ਜੇਕਰ ਮੈਨੂੰ ਯੰਗਰ ਚੈਂਪੀਅਨ ਮਿਲ ਜਾਂਦਾ ਤਾਂ ਮੈਂ ਤੈਨੂੰ ਤੇਰੇ ਬਜ਼ੁਰਗ ਪਿਤਾ ਤੋਂ ਕਿਉਂ ਬੁਲਾਉਂਦਾ। ਤਾਂ ਇਸੇ ਤਰ੍ਹਾਂ ਦੂਸਰਾ ਸੈਂਟੈਂਸ ਹੈ ਇਫ ਯੂ ਹੈਡ ਨਾਟ ਰੇਜ਼ ਯੂਰ ਵਾਰ ਕਰਾਈ ਆਈ ਵੁੱਡ ਨਾਟ ਹੈਵ ਬੀਨ ਅਨਰਵਡ। ਤਾਂ ਇਹ ਸੈਂਟੈਂਸ ਰੁਸਤਮ ਸੋਹਰਾਬ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਵਾਰ ਕਰਾਈ ਨਾ ਕੀਤੀ ਹੁੰਦੀ ਤਾਂ ਮੈਂ ਅਨਰਵ ਨਾ ਹੋਇਆ ਹੁੰਦਾ, ਮੈਂ ਬੇਚੈਨ ਨਾ ਹੋਇਆ ਹੁੰਦਾ। ਤੀਸਰਾ ਸੈਂਟੈਂਸ ਹੈ ਇਫ ਰੁਸਤਮ ਹੈਡ ਨੋਨ ਹੂ ਸੋਹਰਾਬ ਰੀਅਲੀ ਵਾਜ਼ ਦੈਟ ਟੂ ਵੁੱਡ ਨਾਟ ਹੈਵ ਫੌਟ। ਇਹ ਵਾਲਾ ਸੈਂਟੈਂਸ ਬਾਹਰੋਂ ਆਇਆ ਹੈ ਕਿ ਜੇਕਰ ਰੁਸਤਮ ਨੂੰ ਪਤਾ ਹੁੰਦਾ ਕਿ ਸੋਹਰਾਬ ਅਸਲ 'ਚ ਕੌਣ ਸੀ ਤਾਂ ਦੋਨਾਂ ਦੀ ਲੜਾਈ ਨਾ ਹੋਈ ਹੁੰਦੀ। ਤਾਂ ਜੇਕਰ ਬੱਚਿਓ ਤੁਸੀਂ ਇਹ ਤਿੰਨੇ ਸੈਂਟੈਂਸ ਦੇਖੋ ਤਾਂ ਇਹਦੇ ਵਿੱਚ ਨਾ ਜਿਹੜੀ ਸਟਰਕਚਰ ਸਾਨੂੰ ਨਜ਼ਰ ਆਉਂਦੀ ਹੈ ਉਹਦੇ ਵਿੱਚ 3 ਗੱਲਾਂ ਸਾਨੂੰ ਦਿਖਦੀਆਂ ਨੇ ਕਿ ਇੱਕ ਤਾਂ ਤਿੰਨੇ ਸੈਂਟੈਂਸਿਸ ਦੇ ਵਿੱਚ ਇਫ ਕਾਮਨ ਹੈ, ਪਹਿਲੀ ਚੀਜ਼ ਤਿੰਨਾਂ ਦੇ ਵਿੱਚ ਇਫ ਸ਼ੁਰੂ 'ਚ ਆ ਰਿਹਾ ਹੈ। ਦੂਸਰੀ ਚੀਜ਼ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ ਉਹ ਦੂਸਰੇ ਕਾਲਮ 'ਚ ਨਜ਼ਰ ਆਉਂਦੀ ਹੈ। ਦੂਸਰੇ ਕਾਲਮ 'ਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਬਜੈਕਟ ਦੇ ਨਾਲ ਹੈਡ ਦੇ ਨਾਲ ਵਰਬ ਦੀ ਤੀਸਰੀ ਫਾਰਮ ਲੱਗੀ ਹੈ। ਦੇਖੋ ਹੈਡ ਦੇ ਨਾਲ ਬੀਨ ਲੱਗੀ ਹੈ, ਇਜ਼ ਐਮ ਆਰ ਵਾਜ਼ ਵਰ ਬੀਨ, ਇਹ ਵਰਬ ਦੀ ਤੀਸਰੀ ਫਾਰਮ ਹੁੰਦੀ ਹੈ। ਇਸੇ ਤਰ੍ਹਾਂ ਦੂਸਰੇ ਸੈਂਟੈਂਸ 'ਚ ਹੈਡ ਦੇ ਨਾਲ ਰੇਜ਼ ਲੱਗਿਆ, ਇਹ ਵੀ ਵਰਬ ਦੀ ਤੀਸਰੀ ਫਾਰਮ ਹੈ, ਹਾਲਾਂਕਿ ਇਹ ਨੈਗੇਟਿਵ ਹੈ, ਹੈਡ ਨੋਟ ਰੇਜ਼ਡ। ਉੱਪਰ ਵਾਲਾ ਅਫਰਮੇਟਿਵ ਸੀ, ਇਹ ਨੈਗੇਟਿਵ ਹੈ। ਤੀਸਰੇ ਦੇ ਵਿੱਚ ਹੈਡ ਦੇ ਨਾਲ ਨੋਨ ਲੱਗੀ ਹੈ, ਨੋ ਨਿਊ ਨੋਨ, ਤਾਂ ਇਹ ਵੀ ਵਰਬ ਦੀ ਤੀਸਰੀ ਫਾਰਮ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਤਿੰਨੇ ਸੈਂਟੈਂਸਿਸ ਦੇ ਵਿੱਚ ਹੈਡ ਕਾਮਨ ਆ ਰਿਹਾ ਹੈ ਅਤੇ ਹੈਡ ਦੇ ਨਾਲ ਵਰਬ ਦੀ ਤੀਸਰੀ ਫਾਰਮ ਵੀ ਕਾਮਨ ਆ ਰਹੀ ਹੈ। ਤੇ ਸਾਨੂੰ ਪਤਾ ਹੈ ਕਿ ਜਦੋਂ ਹੈਡ ਦੇ ਨਾਲ ਵਰਬ ਦੀ ਤੀਸਰੀ ਫਾਰਮ ਆਉਂਦੀ ਹੈ ਤਾਂ ਉਹ ਕੀ ਚੀਜ਼ ਹੁੰਦੀ ਹੈ ਜੀ, ਪਾਸਟ ਪਰਫੈਕਟ ਟੈਂਸ। ਤਾਂ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, 6th ਕਲਾਸ ਤੋਂ ਕਰਦੇ ਅਸੀਂ ਆ ਰਹੇ ਹਾਂ ਕਿ ਹੈਡ ਦੇ ਨਾਲ ਵਰਬ ਦੀ ਤੀਸਰੀ ਫਾਰਮ ਵਾਲੇ ਜਿਹੜੇ ਟੈਂਸ ਹੁੰਦੇ ਨੇ ਉਹ ਪਾਸਟ ਪਰਫੈਕਟ ਟੈਂਸ ਹੁੰਦੇ ਨੇ। ਹਾਂ, ਇਹ ਅਫਰਮੇਟਿਵ ਨੈਗੇਟਿਵ ਹੋ ਸਕਦੇ ਨੇ। ਤਾਂ ਬੱਚਿਓ ਤੀਸਰੀ ਜਿਹੜੀ ਕਾਮਨ ਚੀਜ਼ ਨਜ਼ਰ ਆਉਂਦੀ ਹੈ ਉਹ ਤੀਸਰੇ ਕਾਲਮ ਦੇ ਵਿੱਚ ਨਜ਼ਰ ਆਉਂਦੀ ਹੈ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤਿੰਨੇ ਸੈਂਟੈਂਸਿਸ ਦੇ ਵਿੱਚ ਜੋ ਤੀਸਰੇ ਕਾਲਮ 'ਚ ਨੇ ਉਹਦੇ 'ਚ ਵੁੱਡ ਨਾਟ ਹੈਵ, ਵੁੱਡ ਨਾਟ ਹੈਵ ਤੇ ਵੁੱਡ ਨਾਟ ਹੈਵ ਲੱਗਿਆ ਹੋਇਆ। ਇਹਦਾ ਮਤਲਬ ਕਿ ਵੁੱਡ ਨਾਟ ਹੈਵ ਵੀ ਕਾਮਨ ਹੈ ਇਹ ਸਾਰੇ ਸੈਂਟੈਂਸਿਸ ਦੇ ਵਿੱਚ। ਕਿਉਂਕਿ ਵੁੱਡ ਨਾਟ ਹੈਵ ਲੱਗਿਆ ਤਾਂ ਹੈਵ ਦੇ ਪਿੱਛੇ ਇਹ ਵਾਲੀ ਵਰਬ ਵੀ ਤੀਸਰੀ ਫਾਰਮ, ਹਮੇਸ਼ਾ ਸਾਨੂੰ ਪਤਾ ਹੈ ਕਿ ਹੈਜ਼ ਹੈਵ ਹੈਡ ਤੋਂ ਬਾਅਦ ਵਰਬ ਦੀ ਤੀਸਰੀ ਫਾਰਮ ਲੱਗਦੀ ਹੈ, ਤਾਂ ਇਹ ਵੀ ਵਰਬ ਦੀ ਤੀਸਰੀ ਫਾਰਮ ਹੋ ਗਈ, ਇਹ ਵੀ ਵਰਬ ਦੀ ਤੀਸਰੀ ਫਾਰਮ ਹੋ ਗਈ ਤੇ ਫੌਟ ਵੀ ਵਰਬ ਦੀ ਤੀਸਰੀ ਫਾਰਮ ਹੋ ਗਈ। ਇਹਦਾ ਮਤਲਬ ਪਲੱਸ V3 ਲੱਗਿਆ ਹੋਇਆ, ਇਹ ਵੀ ਕਾਮਨ ਹੈ, ਤਾਂ ਆਹ ਚੀਜ਼ ਵੀ ਕਾਮਨ ਹੋ ਗਈ। ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਪੂਰੇ ਸੈਂਟੈਂਸ ਦੇ ਸਟਰਕਚਰ ਦੇ ਵਿੱਚ ਕਾਮਨ ਹੈ। ਇੱਕ ਵਾਰੀ ਫਿਰ ਦੱਸ ਦੇਣਾ ਕਿ ਇੱਕ ਤਾਂ ਇਫ ਕਾਮਨ ਹੈ ਦੇਖੋ ਸੈਂਟੈਂਸਿਸ ਦੇ ਵਿੱਚ, ਦੂਸਰਾ ਸੈਂਟੈਂਸ ਦੇ ਪਹਿਲੇ ਪਾਰਟ ਦੇ ਵਿੱਚ ਹੈਡ ਦੇ ਨਾਲ V3 ਲੱਗਿਆ, ਇਹ ਵੀ ਕਾਮਨ ਹੈ ਜਿਸ ਨੂੰ ਕਿ ਅਸੀਂ ਪਾਸਟ ਪਰਫੈਕਟ ਟੈਂਸ ਕਹਿੰਦੇ ਹਾਂ, ਤੇ ਤੀਸਰਾ ਵੁੱਡ ਨਾਟ ਹੈਵ ਦੇ ਨਾਲ ਵਰਬ ਦੀ ਤੀਸਰੀ ਫਾਰਮ ਲੱਗੀ ਹੈ, ਇਹ ਵੀ ਤਿੰਨੇ ਸੈਂਟੈਂਸਿਸ ਦੇ ਵਿੱਚ ਕਾਮਨ ਹੈ। ਤਾਂ ਜਦੋਂ ਬੱਚਿਓ ਇਹ ਵਰਤਾਰਾ ਹੁੰਦਾ ਹੈ, ਜਦੋਂ ਆਹ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਇਹ ਸਾਡੇ ਕੰਡੀਸ਼ਨਲ ਸੈਂਟੈਂਸਿਸ ਨੇ। ਇਹਨਾਂ ਨੂੰ ਅਸੀਂ ਕੰਡੀਸ਼ਨਲ ਸੈਂਟੈਂਸਿਸ ਕਹਿੰਦੇ ਹਾਂ ਜੀ।
ਜਦੋਂ ਸਾਨੂੰ ਆਹ ਸਟਰਕਚਰ ਦੇਖਣ ਨੂੰ ਮਿਲਦੀ ਹੈ। ਅੱਛਾ ਮੈਂ ਬੱਚਿਓ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਟੋਟਲ ਕੰਡੀਸ਼ਨਲ ਸੈਂਟੈਂਸਿਸ 4 ਤਰ੍ਹਾਂ ਦੇ ਹੁੰਦੇ ਨੇ। ਇਹ 4 ਤਰ੍ਹਾਂ ਦੇ ਕਿਹੜੇ-ਕਿਹੜੇ ਹੁੰਦੇ ਨੇ? ਇੱਕ ਤਾਂ ਹੁੰਦੇ ਨੇ ਜੀ ਦਾ ਜ਼ੀਰੋ ਕੰਡੀਸ਼ਨਲ, ਇੱਕ ਹੁੰਦੇ ਨੇ ਦਾ ਫਸਟ ਕੰਡੀਸ਼ਨਲ, ਇੱਕ ਹੁੰਦੇ ਨੇ ਦਾ ਸੈਕੰਡ ਕੰਡੀਸ਼ਨਲ ਅਤੇ ਇੱਕ ਹੁੰਦੇ ਨੇ ਦਾ ਥਰਡ ਕੰਡੀਸ਼ਨਲ ਅਤੇ ਕੁਝ ਮਿਕਸਡ ਕੰਡੀਸ਼ਨਲਸ ਵੀ ਹੁੰਦੇ ਨੇ। ਪਰ ਜ਼ਿਆਦਾ ਤਰੀਕੇ ਨਾਲ 4 ਤਰ੍ਹਾਂ ਦੇ ਕੰਡੀਸ਼ਨਲਸ ਹੁੰਦੇ ਨੇ। ਜਿਹੜਾ ਆਹ ਵਾਲਾ ਵਰਤਾਰਾ ਸਾਨੂੰ ਬੱਚਿਓ ਦੇਖਣ ਨੂੰ ਮਿਲਦਾ ਹੈ ਇਹ ਹੈ ਜੀ ਦਾ ਥਰਡ ਕੰਡੀਸ਼ਨਲ। ਇਹ ਤੀਜੀ ਕਿਸਮ ਦੇ ਕੰਡੀਸ਼ਨਲ ਨੇ ਜੀ ਜਿਨ੍ਹਾਂ ਨੂੰ ਅਸੀਂ ਥਰਡ ਕੰਡੀਸ਼ਨਲਸ ਕਹਿੰਦੇ ਆ। ਇਹਨਾਂ ਥਰਡ ਕੰਡੀਸ਼ਨਲਸ ਦੇ ਵਿੱਚ ਇਫ ਲੱਗਿਆ ਹੁੰਦਾ ਹੈ, ਇਫ ਵਾਲੇ ਵਾਕ ਦੇ ਨਾਲ ਸਬਜੈਕਟ ਦੇ ਨਾਲ ਪਾਸਟ ਪਰਫੈਕਟ ਟੈਂਸ ਲੱਗਿਆ ਹੁੰਦਾ ਹੈ ਅਤੇ ਉਸ ਸੈਂਟੈਂਸ ਦੇ ਦੂਸਰੇ ਪਾਸੇ ਕੋਮੇ ਤੋਂ ਬਾਅਦ ਵੁੱਡ ਨੋਟ ਹੈਵ ਦੇ ਨਾਲ V3 ਲੱਗਿਆ ਹੁੰਦਾ ਤਾਂ ਇਸ ਨੂੰ ਅਸੀਂ ਦਾ ਥਰਡ ਕੰਡੀਸ਼ਨਲ ਕਹਿੰਦੇ ਹਾਂ। ਤਾਂ ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਦਾ ਫਸਟ ਕੰਡੀਸ਼ਨਲ ਸੈਂਟੈਂਸ ਵੀ ਤੁਹਾਨੂੰ ਇਹ ਵਾਲੀ ਗ੍ਰਾਮਰ ਐਕਸਰਸਾਈਜ਼ 'ਚ ਕਰਾਏ ਨੇ। ਤਾਂ ਇਸ ਤੋਂ ਪਹਿਲਾਂ ਵਾਲੇ ਚੈਪਟਰਸ ਦੇ ਵਿੱਚ ਦਾ ਫਸਟ ਕੰਡੀਸ਼ਨਲ ਸੈਂਟੈਂਸ ਵੀ ਆਏ ਨੇ ਜਿਨ੍ਹਾਂ ਦੇ ਵਿੱਚ ਯਾਦ ਕਰੋ ਇਫ ਜਾਂ ਅਨਲੈਸ ਵਾਲੇ ਵਾਕ ਆਏ ਸੀ, ਉਹ ਵਾਲੇ ਦਾ ਫਸਟ ਕੰਡੀਸ਼ਨਲ ਸੈਂਟੈਂਸਿਸ ਸੀ। ਤਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਤਾਂ ਮੈਂ ਉਸਦਾ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਤੁਸੀਂ ਦਾ ਫਸਟ ਕੰਡੀਸ਼ਨਲ ਸੈਂਟੈਂਸਿਸ ਵੀ ਜਾ ਕੇ ਸਮਝ ਸਕਦੇ ਹੋ। ਅੱਜ ਵਾਲੀ ਐਕਸਰਸਾਈਜ਼ ਦੇ ਵਿੱਚ ਅਸੀਂ ਬੱਚਿਓ ਦਾ ਥਰਡ ਕੰਡੀਸ਼ਨਲ ਸੈਂਟੈਂਸ ਕਰ ਰਹੇ ਹਾਂ। ਤਾਂ ਸਟੂਡੈਂਟਸ ਇਹ ਉੱਪਰ ਵਾਲਾ ਜਿਹੜਾ ਟੇਬਲ ਸੀ ਇਹ ਤਾਂ ਸਿਰਫ ਸਮਝਾਉਣ ਲਈ ਸੀ, ਉੱਥੋਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਕਿਹੜੀ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਤਾਂ ਸਾਨੂੰ ਪਤਾ ਲੱਗ ਗਿਆ ਕਿ ਦਾ ਥਰਡ ਕੰਡੀਸ਼ਨਲਸ ਵਾਲੀ ਐਕਸਰਸਾਈਜ਼ ਹੈ। ਹੁਣ ਸਾਨੂੰ ਐਕਚੁਅਲ ਤਾਂ ਜੋ ਕਰਨਾ ਹੈ ਉਹ ਨੀਚੇ ਦਿੱਤਾ ਹੋਇਆ, ਉਹ ਦੱਸਿਆ ਹੋਇਆ ਹੈ ਕਿ ਸਾਨੇ ਕਾਲਮ ਏ ਦੇ ਵਿੱਚ ਜਿਹੜੇ ਕਲੌਜ਼ਿਸ ਆਈਆਂ ਨੇ ਉਹਨੂੰ ਕਾਲਮ ਬੀ ਦੀ ਕਲੌਜ਼ਿਸ ਦੇ ਨਾਲ ਜੋੜ ਕੇ ਇੱਕ ਮੀਨਿੰਗਫੁਲ ਸੈਂਟੈਂਸ ਬਣਾਉਣਾ ਹੈ। ਤਾਂ ਕਾਲਮ ਏ ਦੇ ਵਿੱਚ ਵੀ ਕੁਝ ਸ਼ਾਰਟ ਸੈਂਟੈਂਸਿਸ ਨੇ ਤੇ ਕਾਲਮ ਬੀ ਦੇ ਵਿੱਚ ਵੀ ਕੁਝ ਸੈਂਟੈਂਸਿਸ ਨੇ, ਅਸੀਂ ਦੋਨਾਂ ਨੂੰ ਜੋੜਨਾ ਹੈ। ਤਰੀਕਾ ਉਹੀ ਹੈ ਜੀ ਕਿ ਇਹ ਸਾਰੇ ਜਿਹੜੇ ਸੈਂਟੈਂਸਿਸ ਹੈ ਬੱਚਿਓ ਜੇ ਤੁਸੀਂ ਦੇਖੋ ਇਹਦਾ ਥਰਡ ਕੰਡੀਸ਼ਨਲ ਹੀ ਨੇ। ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਦੇਖੋ ਇਫ ਸਾਰਿਆਂ 'ਚ ਲੱਗਿਆ ਕਾਮਨ, ਦੈਟ ਮੀਨਸ ਪਹਿਲੀ ਕੰਡੀਸ਼ਨਲ ਸਾਡੀ ਪੂਰੀ ਹੋ ਗਈ। ਦੂਸਰੀ ਹੈ ਕਿ ਸਬਜੈਕਟ ਦੇ ਨਾਲ ਹੈਡ ਦੇ ਨਾਲ, ਦੇਖੋ ਇੱਥੇ ਵੀ ਵਰਬ ਦੀ ਤੀਸਰੀ ਫਾਰਮ ਹੈ ਅਪਰੋਚਡ, ਫਿਰ ਹੈਡ ਨੋਟ ਦੇ ਨਾਲ ਤੀਸਰੀ ਫਾਰਮ ਹੈ ਰੇਨਡ, ਫਿਰ ਹੈਡ ਨੋਟ ਦੇ ਨਾਲ ਤੀਸਰੀ ਫਾਰਮ ਨੋਟਿਸਡ, ਫਿਰ ਹੈਡ ਦੇ ਨਾਲ ਤੀਸਰੀ ਫਾਰਮ ਟੌਟ, ਫਿਰ ਹੈਡ ਨੋਟ ਦੇ ਨਾਲ ਤੀਸਰੀ ਫਾਰਮ ਗੋਨ, ਗੋ ਵੈਂਟ ਗੋਨ। ਤਾਂ या तो अफर्मेटिव सेंटेंस है हाँ वाचक हैं या नेगेटिव सेंटेंस है ना वाचक ने, लेकिन एक चीज़ क्लीयर है कि ये सारे पास्ट परफेक्ट टेंस है। तो साडियां दो कंडीशनां तो सानू पता लग गई कि पूरियां करदा है। चलो आप इधर वाले सेंटेंस विच भी कंडीशन देख लैंदे हैं। तो सबजैक्ट दे नाल देखो वुड नॉट हैव दे नाल फिर वर्ब की तीसरी फॉर्म लगी है, इत्थे भी सबजैक्ट दे नाल वुड हैव दे नाल तीसरी फॉर्म लगी है, फिर सबजैक्ट दे नाल वुड हैव दे नाल हैल्प लगी है। हुण इत्थे जिहड़ा ग्लैडली आया ये एक्चुअली एडवर्ब है ਤੇ ਉਸ ਤੋਂ ਬਾਅਦ ਵੁੱਡ ਨੋਟ ਹੈਵ ਦੇ ਨਾਲ ਫਿਰ V3 ਲੱਗੇ ਹੈ ਜੀ ਗੈਟ ਗॉट ਗॉट। ਇਸੇ ਤਰ੍ਹਾਂ ਕੁਡ ਹੈਵ ਦੇ ਨਾਲ ਇੱਥੇ V3 ਲੱਗੀ ਹੈ ਤੇ ਇਹ ਵੀ ਸਾਡੀ ਕੰਡੀਸ਼ਨ ਪੂਰੀ ਕਰਦਾ ਹੈ। ਉੱਪਰ ਸਾਰਿਆਂ 'ਚ ਵੁੱਡ ਹੈ, ਨੀਚੇ ਕੁਡ ਹੈ, ਤਾਂ ਵੁੱਡ ਔਰ ਕੁਡ ਆ ਸਕਦੇ ਹੈ ਦਾ ਥਰਡ ਕੰਡੀਸ਼ਨਲ 'ਚ। ਤਾਂ ਇਹ ਧਿਆਨ ਰੱਖਣਾ ਹੈ। ਤਾਂ ਇਹਦਾ ਮਤਲਬ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਵਾਲੇ ਸਾਰੇ ਸੈਂਟੈਂਸਿਸ ਵੀ ਦਾ ਥਰਡ ਕੰਡੀਸ਼ਨਲਸ ਵਾਲੇ ਸੈਂਟੈਂਸ ਹੈ। ਪਰ ਕਰਨਾ ਕੀ ਹੈ ਕਿ ਆਪਾਂ ਇਹਦੇ ਨਾਲ ਸਹੀ ਵਾਲਾ ਵਾਕ ਜੋੜਨਾ ਹੈ। ਤਾਂ ਇਹ ਤਾਂ ਸਿਰਫ ਮੈਚਿੰਗ ਐਕਸਰਸਾਈਜ਼ ਹੈ। ਤਾਂ ਆਪਾਂ ਇੱਕ ਹੀ ਕਰਕੇ ਦੇਖ ਲੈਂਦੇ। ਤਾਂ ਪਹਿਲਾ ਹੈ ਜੀ ਕਿ ਇਫ ਹੀ ਹੈਡ ਅਪਰੋਚ ਮੀ ਫॉर ਹੈਲਪ, ਜੇਕਰ ਉਸਨੇ ਹੈਲਪ ਲਈ ਮੇਰੇ ਕੋਲੇ ਅਪਰੋਚ ਕੀਤੀ ਹੁੰਦੀ, ਮੇਰੇ ਕੋਲੇ ਆਇਆ ਹੁੰਦਾ ਤਾਂ ਇਸ ਦੇ ਨਾਲ ਆਏਗਾ ਜੀ ਆਈ ਵੁੱਡ ਹੈਵ ਗਲੈਡਲੀ ਹੈਲਪਡ ਹਿਮ, ਤਾਂ ਮੈਂ ਖੁਸ਼ੀ ਖੁਸ਼ੀ ਉਸ ਨੂੰ ਮਦਦ ਮੈਨੇ ਕੀਤੀ ਹੁੰਦੀ। ਤਾਂ ਇਹ ਵਾਲਾ ਆਨਸਰ ਆਏਗਾ ਜੀ। ਦੂਸਰਾ ਹੈ ਕਿ ਇਫ ਇਟ ਹੈਡਨਟ ਰੇਨ ਯੈਸਟਰਡੇ, ਜੇਕਰ ਕੱਲ ਬਾਰਿਸ਼ ਨਾ ਪਈ ਹੁੰਦੀ ਤਾਂ ਇਹਦਾ ਆਨਸਰ ਆਏਗਾ ਜੀ ਆਹ ਵਾਲਾ ਕਿ ਵੀ ਕੁਡ ਹੈਵ ਪਲੇਡ ਦਾ ਕ੍ਰਿਕਟ ਮੈਚ, ਤਾਂ ਅਸੀਂ ਕ੍ਰਿਕਟ ਮੈਚ ਖੇਡ ਗਏ ਹੁੰਦੇ। ਤੀਸਰਾ ਹੈ ਇਫ ਫਲੈਮਿੰਗ ਹੈਡ ਨੋਟ ਨੋਟਿਸ ਦਾ ਮੋਲਡ, ਫਲੈਮਿੰਗ ਵਾਲੇ ਚੈਪਟਰ 'ਚ ਆਇਆ, ਜੇ ਫਲੈਮਿੰਗ ਨੇ ਮੋਲਡ ਨਾ ਦੇਖਿਆ ਹੁੰਦਾ ਤਾਂ ਹੀ ਵੁੱਡ ਨਾਟ ਹੈਵ ਬੀਨ ਲੈਡ ਟੂ ਦਾ ਡਿਸਕਵਰੀ ਆਫ ਪੈਨਸਿਲਿਨ, ਤਾਂ ਪੈਨਸਿਲਿਨ ਦੀ ਖੋਜ ਉਹ ਨਾ ਕਰ ਪਾਉਂਦਾ। फोर्थ है मिस्टर कुमार है टॉट द क्लास फॉर सम मोर टाइम, जेकर मिस्टर कुमार ने क्लास थोड़ी ज़्यादा समय ਲਈ ਹੋਰ ਪੜ੍ਹਾਈ ਹੁੰਦੀ ਤਾਂ ਇਹਦਾ ਆਨਸਰ ਇਹ ਆਏਗਾ ਜੀ ਦ ਰਿਜ਼ਲਟ ਵੁੱਡ ਹੈਵ ਬੀਨ ਬੈਟਰ, ਕਲਾਸ ਦਾ ਰਿਜ਼ਲਟ ਜ਼ਿਆਦਾ ਅੱਛਾ ਆਇਆ ਹੁੰਦਾ। ਤੇ ਲਾਸਟ ਇੱਕੋ ਹੀ ਰਹਿ ਗਿਆ ਇਫ ਲਿਊਕ ਹੈਡ ਨੋਟ ਗੋਨ ਟੂ ਦ ਸਿਟੀ, ਜੇਕਰ ਲਿਊਕ ਸਿਟੀ ਵੱਲ ਨਾ ਗਿਆ ਹੁੰਦਾ, ਦ ਸਟੋਰੀ ਆਫ ਮਾਈਕਲ ਚੈਪਟਰ 'ਚੋਂ ਲਿਆ ਗਿਆ ਜੀ। ਤਾਂ ਇਹਦਾ ਆਨਸਰ ਆਏਗਾ ਹੀ ਵੁੱਡ ਨੋਟ ਹੈਵ ਗੋਟ ਇਨਟੂ ਦ ਈਵਲ ਵੇਜ਼, ਉਹ ਮਾੜੀ ਸੰਗਤ ਦੇ ਵਿੱਚ ਨਾ ਪਿਆ ਹੁੰਦਾ। ਤਾਂ ਇਹ ਤਾਂ ਸਿਰਫ ਬੱਚਿਓ ਮੈਚਿੰਗ ਐਕਸਰਸਾਈਜ਼ ਸੀ। ਇਸ ਐਕਸਰਸਾਈਜ਼ ਦਾ ਮਨੋਰਥ ਇਹ ਸੀ ਕਿ ਤੁਹਾਨੂੰ ਦਾ ਥਰਡ ਕੰਡੀਸ਼ਨਲ ਸੈਂਟੈਂਸਿਸ ਪਤਾ ਲੱਗ ਜੇ, ਤੁਹਾਨੂੰ ਇਹ ਪਤਾ ਲੱਗ ਜੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਫ ਨੂੰ ਯੂਜ਼ ਕਰਨਾ ਹੈ ਤੇ ਵਾਕ ਦੇ ਦੋਨਾਂ ਪਾਸੇ ਆਪਾਂ ਨੇ ਕਿਸ ਤਰ੍ਹਾਂ ਦਾ ਟੈਂਸ ਯੂਜ਼ ਕਰਨਾ ਹੈ। ਤਾਂ ਜੇਕਰ ਤੁਹਾਨੂੰ ਇਹ ਬੱਚਿਓ ਦੂਸਰੀ ਐਕਸਰਸਾਈਜ਼ ਬਿਲਕੁਲ ਕਲੀਅਰ ਹੋ ਗਈ ਤਾਂ ਫਿਰ ਤੁਸੀਂ ਤੀਸਰੀ ਐਕਸਰਸਾਈਜ਼ ਈਜ਼ੀਲੀ ਕਰ ਸਕਦੇ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ।
ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਤੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਹਾਂਜੀ ਸਟੂਡੈਂਟ, ਸੈਕਿੰਡ ਐਕਸਰਸਾਈਜ਼ ਸਮਝਣ ਤੋਂ ਬਾਅਦ ਅਸੀਂ ਹੁਣ ਤੀਸਰੀ ਐਕਸਰਸਾਈਜ਼ ਵੱਲ ਆਉਂਦੇ ਹਾਂ। ਤਾਂ ਇਹਦੇ ਵਿੱਚ ਲਿਖਿਆ ਕਿ ਰੀਡ ਦੀ ਸੈਂਟੈਂਸਿਸ, ਦੋ ਸੈਂਟੈਂਸ ਸਾਨੂੰ ਦਿੱਤੇ ਹੋਏ ਆ A ਤੇ B। ਇਹਦੇ ਵਿੱਚ ਲਿਖਿਆ ਦੇ ਡਿਡ ਨਾਟ ਫਾਈਟ ਕਰੇਜੀਅਸਲੀ, ਕਿ ਉਹਨਾਂ ਨੇ ਬਹਾਦਰੀ ਨਾਲ ਲੜਾਈ ਨਹੀਂ ਲੜੀ। ਅਦਰਵਾਈਜ਼ ਦੇ ਵੁੱਡ ਹੈਵ ਡਰਿਵਨ ਦਾ ਐਨੀਮੀ ਬੈਕ, ਨਹੀਂ ਤਾਂ ਉਹ ਦੁਸ਼ਮਣਾਂ ਨੂੰ ਪਿੱਛੇ ਧੱਕ ਦਿੰਦੇ। ਹੁਣ ਇਹ ਵਾਲੇ ਦੋਨੇ ਸੈਂਟੈਂਸਿਸ ਦਾ ਜਿਹੜਾ ਅਰਥ ਹੈ ਉਹ ਅਸੀਂ ਇੱਕ ਸੈਂਟੈਂਸ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹਾਂ, ਇੱਕ ਵਾਕ ਦੇ ਵਿੱਚ ਦੱਸ ਸਕਦੇ ਹਾਂ। ਉਹ ਕੀ ਹੈ ਕਿ ਇਫ ਦੇ ਹੈਡ ਫੌਟ ਕੋਰੇਜੀਅਸਲੀ, ਕਿ ਜੇਕਰ ਉਹ ਬਹਾਦਰੀ ਨਾਲ ਲੜੇ ਹੁੰਦੇ, ਦੇ ਵੁੱਡ ਹੈਵ ਡਰਿਵਨ ਦਾ ਐਨੀਮੀ ਬੈਕ, ਉਹਨਾਂ ਨੇ ਦੁਸ਼ਮਣਾਂ ਨੂੰ ਪਿੱਛੇ ਧੱਕ ਦਿੱਤਾ ਹੁੰਦਾ। ਤਾਂ ਜੇਕਰ ਬੱਚਿਓ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਥੇ ਇਹ ਥਰਡ ਕੰਡੀਸ਼ਨਲ ਸੈਂਟੈਂਸ ਯੂਜ਼ ਹੋਇਆ, ਜੋ ਕਿ ਅਸੀਂ ਹੁਣੇ ਉੱਪਰਲੀ ਐਕਸਰਸਾਈਜ਼ ਦੇ ਵਿੱਚ ਕੀਤਾ। ਕਿਸ ਤਰ੍ਹਾਂ ਕੀਤਾ ਦੇਖੋ, ਇਫ ਲੱਗਿਆ ਹੋਇਆ, ਸਬਜੈਕਟ ਦੇ ਨਾਲ ਹੈਡ ਫੌਟ ਵਰਬ ਦੀ ਤੀਸਰੀ ਫਾਰਮ ਲੱਗੀ ਹੈ, ਤੇ ਦੂਸਰੇ ਪਾਸੇ ਵੁੱਡ ਹੈਵ ਦੇ ਨਾਲ ਵਰਬ ਦੀ ਤੀਸਰੀ ਫਾਰਮ ਡਰਾਈਵ ਡਰੌਪ ਡਰਿਵਨ ਲੱਗੀ ਹੈ। ਇਹਦਾ ਮਤਲਬ ਇਹਦਾ ਥਰਡ ਕੰਡੀਸ਼ਨਲ ਹੈ। ਇਸੇ ਤਰ੍ਹਾਂ ਇੱਕ ਹੋਰ ਵਾਕ ਬੱਚਿਓ ਅੱਗੇ ਦੇ ਰੱਖਿਆ ਹੈ, ਉਹ A ਤੇ B 'ਚ ਦਿੱਤਾ ਹੋਇਆ ਕਿ ਹੀ ਵਰਕਡ ਵੈਰੀ ਹਾਰਡ, ਉਸਨੇ ਬਹੁਤ ਸਖਤ ਮਿਹਨਤ ਕੀਤੀ। ਅਦਰਵਾਈਜ਼ ਹੀ ਵੁੱਡ ਹੈਵ ਫੇਲਡ, ਨਹੀਂ ਤਾਂ ਉਹ ਫੇਲ ਹੋ ਜਾਂਦਾ। ਤਾਂ ਇਸੇ ਦੋ ਸੈਂਟੈਂਸਿਸ ਨੂੰ ਇੱਕ ਵਾਕ ਦੇ ਵਿੱਚ ਇਹਨਾਂ ਨੇ ਐਕਸਪ੍ਰੈਸ ਕਰਤਾ। ਇੱਕ ਵਾਕ ਦੇ ਵਿੱਚ ਇਹਨਾਂ ਨੇ ਦੱਸਤਾ ਕਿ ਇਫ ਹੀ ਹੈਡ ਨਾਟ ਵਰਕਡ ਹਾਰਡ, ਜੇਕਰ ਉਸਨੇ ਮਿਹਨਤ ਨਾ ਕੀਤੀ ਹੁੰਦੀ, ਹੀ ਵੁੱਡ ਹੈਵ ਫੇਲਡ, ਉਹ ਫੇਲ ਹੋ ਗਿਆ ਹੁੰਦਾ। ਫਿਰ ਦੇਖੋ ਇਹ ਸਾਡਾ ਥਰਡ ਕੰਡੀਸ਼ਨਲ ਸੈਂਟੈਂਸ ਹੈ। ਇਸ ਤਰ੍ਹਾਂ ਮੂਰੇ ਇਫ ਲੱਗਿਆ, ਸਬਜੈਕਟ ਦੇ ਨਾਲ ਹੈਡ ਨੋਟ ਦੇ ਨਾਲ ਵਰਬ ਦੀ ਤੀਸਰੀ ਫਾਰਮ ਵਰਕਡ ਲੱਗੀ ਹੈ, ਤੇ ਦੂਸਰੇ ਪਾਸੇ ਸਬਜੈਕਟ ਦੇ ਨਾਲ ਵੁੱਡ ਹੈਵ ਦੇ ਨਾਲ ਫੇਲਡ ਤੀਸਰੀ ਫਾਰਮ ਲੱਗੀ ਹੈ। ਤਾਂ ਦਾ ਥਰਡ ਕੰਡੀਸ਼ਨਲ ਦੀਆਂ ਸਾਰੀਆਂ ਇਹ ਸ਼ਰਤਾਂ ਪੂਰੀਆਂ ਕਰ ਰਹੇ ਹਨ। ਇੱਥੇ ਇੱਕ ਬੱਚੇ ਹੋਰ ਗੱਲ ਦੇਖਣ ਵਾਲੀ ਹੈ ਕਿ ਜਿਹੜਾ ਸਾਡਾ ਪਹਿਲਾ ਵਾਕ ਆਇਆ ਹੈ ਉਸ ਦੇ ਵਿੱਚ ਜਿਹੜਾ A ਪਾਰਟ ਸੀ, ਦੇ ਡਿਡ ਨਾਟ ਫਾਈਟ ਕਰੇਜੀਅਸਲੀ, ਇਹ ਨੈਗੇਟਿਵ ਸੈਂਟੈਂਸ ਹੈ ਨਾ, ਨੈਗੇਟਿਵ ਸੈਂਟੈਂਸ ਹੈ। ਪਰ ਜਦੋਂ ਆਪਾਂ ਇਸ ਨੂੰ ਦਾ ਥਰਡ ਕੰਡੀਸ਼ਨਲ ਦੇ ਵਿੱਚ ਬਦਲਿਆ ਤਾਂ ਆਪਾਂ ਇੱਥੇ ਇਸ ਨੂੰ ਪੋਜ਼ਿਟਿਵ ਬਣਾਤਾ। ਧਿਆਨ ਨਾਲ ਦੇਖੋ, ਇਫ ਦੇ ਹੈਡ ਫੌਟ ਕਰੇਜੀਅਸਲੀ, ਇੱਥੇ ਆਪਾਂ ਨੇ ਇਸ ਨੂੰ ਪੋਜ਼ਿਟਿਵ ਸੈਂਟੈਂਸ ਬਣਾਤਾ, ਯਾਨੀ ਕਿ ਇਸ ਨੂੰ ਅਫਰਮੇਟਿਵ ਸੈਂਟੈਂਸ ਬਣਾਤਾ। ਇੱਥੇ ਇਹ ਨਾਵਾਚਕ ਸੀ, ਇੱਥੇ ਇਹ ਹਾਂ ਵਾਚਕ ਹੋ ਗਿਆ। ਬਾਕੀ ਅਸੀਂ ਇਸ ਨੂੰ ਚੇਂਜ ਨਹੀਂ ਕੀਤਾ, ਇਹਨੂੰ ਆਪਾਂ ਐਜ਼ ਇਟ ਇਜ਼ ਚੱਕ ਕੇ ਇੱਥੇ ਲਿਖਤਾ। ਤਾਂ ਇਹ ਚੀਜ਼ਾਂ ਦਾ ਬੱਚਿਓ ਧਿਆਨ ਰੱਖਿਓ, ਤਾਂ ਤੁਹਾਡੀ ਐਕਸਰਸਾਈਜ਼ ਅੱਗੇ ਬਣੇਗੀ। ਤਾਂ ਜੇਕਰ ਅਸੀਂ ਦੂਸਰਾ ਸੈਂਟੈਂਸ ਦੇਖੀਏ, ਹੁਣ ਇਸ ਦੇ ਵਿੱਚ ਦੇਖੋ ਹੀ ਵਰਕਡ ਵੈਰੀ ਹਾਰਡ, ਇਹ ਕੀ ਹੈ ਜੀ, ਪੋਜ਼ਿਟਿਵ ਸੈਂਟੈਂਸ ਹੈ, ਜਾਂ ਜਿਸ ਨੂੰ ਤੁਸੀਂ ਅਫਰਮੇਟਿਵ ਹਾਂ ਵਾਚਕ ਕਹਿੰਦੇ ਹੋ, ਇਹ ਪੋਜ਼ਿਟਿਵ ਹੈ। ਲੇਕਿਨ ਜਦੋਂ ਆਪਾਂ ਇਸ ਦਾ ਇੱਕ ਸੈਂਟੈਂਸ ਬਣਾਇਆ A ਦਾ, ਇੱਥੇ ਇਸ ਨੂੰ ਆਪਾਂ ਨੇ ਨੈਗੇਟਿਵ ਬਣਾ ਲਿਆ, ਉਲਟਾ ਕਰਤਾ। ਪੋਜ਼ਿਟਿਵ ਸੀ, ਆਪਾਂ ਇਸ ਨੂੰ ਨੈਗੇਟਿਵ ਸੈਂਟੈਂਸ ਬਣਾ ਲਿਆ, ਇਸ ਨੂੰ ਨਾਵਾਚਕ ਵਾਕ ਬਣਾ ਲਿਆ। ਤਾਂ ਪੋਜ਼ਿਟਿਵ ਦਾ ਆਪਾਂ ਨੈਗੇਟਿਵ ਕਰਤਾ। ਪਹਿਲੇ ਵਾਲੇ 'ਚ ਆਪਾਂ ਕੀ ਕੀਤਾ ਸੀ, ਆਪਾਂ ਨੈਗੇਟਿਵ ਦਾ ਪੋਜ਼ਿਟਿਵ ਕੀਤਾ ਸੀ, ਤਾਂ ਉਲਟਾ ਕਰਤਾ। ਇੱਥੇ ਆਪਾਂ ਪੋਜ਼ਿਟਿਵ ਦਾ ਨੈਗੇਟਿਵ ਕਰਤਾ। ਦੂਸਰੇ ਵਾਲੇ ਵਾਕ ਨੂੰ ਆਪਾਂ ਅਦਰਵਾਈਜ਼ ਕੱਟ ਕੇ ਬਾਕੀ ਸਾਰਾ ਉਵੇਂ ਹੀ ਚੱਕਿਆ, ਹੀ ਵੁੱਡ ਹੈਵ ਫੇਲਡ ਲਗਾਤਾ। ਅਦਰਵਾਈਜ਼ ਆਪਾਂ ਨੇ ਦੋਨੇ ਸੈਂਟੈਂਸਿਸ ਦੇ ਵਿੱਚ ਕੱਟਤਾ, ਇੱਧਰ ਵੀ ਕੱਟਤਾ ਤੇ ਇੱਧਰ ਵੀ ਕੱਟਤਾ। ਤਾਂ ਇਹ 2-3 ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਵਾਲੀ ਸਾਰੀ ਐਕਸਰਸਾਈਜ਼ ਬੱਚਿਓ ਹੱਲ ਕਰ ਸਕਦੇ ਹਾਂ। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਐਕਸਪ੍ਰੈਸ ਦੀ ਮੀਨਿੰਗ ਆਫ ਈਚ ਆਫ ਦੀ ਫੋਲੋਇੰਗ ਪੇਅਰਸ ਆਫ ਸੈਂਟੈਂਸਿਸ ਇਨ ਵਨ ਸੈਂਟੈਂਸ। ਇੱਕੋ ਕੰਮ ਕਰਨਾ ਹੈ ਜੀ ਕਿ ਸਾਨੇ ਦੋਨਾਂ ਸੈਂਟੈਂਸ ਜਿਹੜੇ 2-2 ਦੇ ਰੱਖੇ ਹੈ, ਇਹਨਾਂ ਦਾ ਸਾਨੇ ਇੱਕੋ ਹੀ ਵਾਕ ਬਣਾਉਣਾ ਹੈ। ਕਿਸ ਤਰ੍ਹਾਂ ਦਾ, ਦਾ ਥਰਡ ਕੰਡੀਸ਼ਨਲ ਯੂਜ਼ ਕਰਦੇ ਹੋਏ ਆਪਾਂ ਨੇ ਵਾਕ ਬਣਾਉਣੇ ਨੇ। ਇਹਨਾਂ ਪੰਜਾਂ ਦੇ ਆਪਾਂ ਨੇ ਦਾ ਥਰਡ ਕੰਡੀਸ਼ਨਲਸ ਵਾਲੇ ਇਹਨਾਂ ਸਾਰਿਆਂ ਦੇ ਵਾਕ ਬਣਾਉਣੇ ਆ। ਚਲੋ ਆਪਾਂ ਇੱਕ ਹੀ ਕਰਕੇ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਹੈ ਕਿ ਰੁਸਤਮ ਡਿਡ ਨੋਟ ਨੋ ਦੈਟ ਦਾ ਚਾਈਲਡ ਬੋਰਨ ਟੂ ਹਿਮ ਵਾਜ਼ ਅ ਸਨ। ਇਹ ਰੁਸਤਮ ਵਾਲੇ ਪਾਰਟ 'ਚੋਂ ਹੀ ਤੇ ਚੈਪਟਰ 'ਚੋਂ ਹੀ ਲਿਆ ਗਿਆ ਕਿ ਰੁਸਤਮ ਨੂੰ ਨਹੀਂ ਪਤਾ ਸੀ ਕਿ ਉਸਦੇ ਜਿਹੜਾ ਬੱਚਾ ਹੋਇਆ ਉਹ ਇੱਕ ਪੁੱਤਰ ਸੀ। ਅਦਰਵਾਈਜ਼ ਹੀ ਵੁੱਡ ਹੈਵ ਟੇਕਨ ਦਾ ਚਾਈਲਡ ਅਵੇ, ਨਹੀਂ ਤਾਂ ਉਹ ਬੱਚੇ ਨੂੰ ਆਪਣੇ ਨਾਲ ਲੈ ਜਾਂਦਾ।
ਤਾਂ ਹੀ ਤਾਂ ਤਨੀਮੇ ਡਰਦੀ ਸੀ ਨਾ, ਉਸਨੇ ਤਾਂ ਹੀ ਉਸ ਨੂੰ ਰੁਸਤਮ ਨੂੰ ਨਹੀਂ ਸੀ ਦੱਸਿਆ ਕਿ ਲੜਕਾ ਹੋਇਆ। ਉਸਨੇ ਸਿਰਫ ਇਹ ਖਬਰ ਭੇਜੀ ਕਿ ਲੜਕੀ ਹੋਈ ਹੈ ਤੇ ਲੜਕੀ ਦਾ ਨਾਮ ਵੀ ਨਹੀਂ ਉਸਨੇ ਰੁਸਤਮ ਨੂੰ ਦੱਸਿਆ ਸੀ। ਤਾਂ ਇਹਦਾ ਆਨਸਰ ਆਪਾਂ ਕੀ ਲਿਖਾਂਗੇ ਜੀ? ਇਹਦਾ ਆਨਸਰ ਆਪਾਂ ਇਹ ਲਿਖਾਂਗੇ ਜੀ, ਦੇਖੋ ਧਿਆਨ ਨਾਲ ਇਸ ਦਾ ਅਸੀਂ ਕਿਵੇਂ ਬਣਾਵਾਂਗੇ। ਇੱਥੇ ਧਿਆਨ ਨਾਲ ਦੇਖੋ ਤੁਸੀਂ, ਡਿਡ ਨੋਟ ਨੋ ਹੈ, ਇਹ ਨੈਗੇਟਿਵ ਹੈ, ਇਹਦਾ ਮਤਲਬ ਸਾਨੂੰ ਪੋਜ਼ਿਟਿਵ ਬਣਾਉਣਾ ਪਊਗਾ। ਪਹਿਲਾਂ ਤਾਂ ਅਸੀਂ ਲਾਵਾਂਗੇ ਇਫ ਰੁਸਤਮ, ਫਿਰ ਆਪਾਂ ਨੈਗੇਟਿਵ ਦਾ ਕੀ ਬਣਾ ਲਾਂਗੇ ਜੀ? ਪੋਜ਼ਿਟਿਵ। ਇੱਥੇ ਨੈਗੇਟਿਵ ਹੈ, ਹੁਣ ਅਸੀਂ ਇੱਥੇ ਕੀ ਯੂਜ਼ ਕਰਾਂਗੇ? ਪੋਜ਼ਿਟਿਵ। ਤਾਂ ਪਹਿਲਾਂ ਤਾਂ ਪੋਜ਼ਿਟਿਵ ਬਣਾਉਣਾ ਹੈ, ਅਫਰਮੇਟਿਵ ਬਣਾਉਣਾ ਹੈ, ਤੇ ਨਾਲ ਆਪਾਂ ਨੇ ਆਪਣੀ ਕੰਡੀਸ਼ਨ ਇਹ ਵੀ ਹੈ ਕਿ ਆਪਾਂ ਪਾਸਟ ਪਰਫੈਕਟ ਟੈਂਸ ਬਣਾਉਣਾ ਹੈ। ਤਾਂ ਆਪਾਂ ਇੱਥੇ ਲਗਾਵਾਂਗੇ ਰੁਸਤਮ ਹੈਡ, ਇੱਥੇ ਮੇਨ ਵਰਬ ਕੀ ਹੈ ਜੀ? ਨੋ, ਤਾਂ ਨੋ ਵਾਲੀ ਵਰਬ ਹੀ ਚੱਕਾਂਗੇ ਆਪਾਂ। ਹੈਡ ਨੋ ਨਿਊ ਨੋਨ, ਤੀਸਰੀ ਵਰਬ ਹੁੰਦੀ ਹੈ ਜੀ ਨੋਨ। ਇਫ ਰੁਸਤਮ ਹੈਡ ਨੋਨ ਦੈਟ ਦਾ ਚਾਈਲਡ ਬੋਰਨ ਟੂ ਹਿਮ ਵਾਜ਼ ਅ ਸਨ। ਹੁਣ ਸਾਡੀਆਂ ਦੋ ਗੱਲਾਂ ਤਾਂ ਪੂਰੀਆਂ ਹੋ ਗਈਆਂ ਜੀ, ਫਿਰ ਅਸੀਂ ਕੋਮਾ ਲਗਾ ਦੇਵਾਂਗੇ। ਉਸ ਤੋਂ ਬਾਅਦ ਅਸੀਂ ਹੁਣ ਬੀ ਸੈਂਟੈਂਸ ਵੱਲ ਦੇਖਦੇ ਹਾਂ। ਅਦਰਵਾਈਜ਼ ਆਪਾਂ ਕੱਢ ਦਾਂਗੇ ਜਿਵੇਂ ਉੱਪਰ ਕੱਟਿਆ, ਆਹ ਵਾਲੇ ਨੂੰ ਚੱਕ ਕੇ ਉਵੇਂ ਹੀ ਲਿਖ ਦੇਣਾ, ਇਸ 'ਚ ਆਪਾਂ ਨੇ ਕੋਈ ਚੇਂਜ ਨਹੀਂ ਕਰਨੀ। ਤਾਂ ਆਪਾਂ ਕੀ ਲਿਖ ਦਾਂਗੇ ਜੀ? ਹੀ ਵੁੱਡ ਹੈਵ ਟੇਕਨ ਦਾ ਚਾਈਲਡ ਅਵੇ। ਤਾਂ ਬੱਚਿਓ ਜਿਹੜੀ ਐਕਸਰਸਾਈਜ਼ ਹੈ ਨਾ, ਇਹ ਦੇਖਣ ਨੂੰ ਥੋੜੀ ਜਿਹੀ ਔਖੀ ਲੱਗਦੀ ਹੈ, ਪਰੰਤੂ ਜੇਕਰ ਤੁਸੀਂ ਦਾ ਥਰਡ ਕੰਡੀਸ਼ਨਲ ਸੈਂਟੈਂਸ ਪੂਰੀ ਤਰ੍ਹਾਂ ਸਮਝੋ ਤੇ ਤੁਸੀਂ ਤਰੀਕਾ ਸਮਝੋ ਜਿਵੇਂ ਕਿ ਇਹਨਾਂ ਨੇ ਐਗਜ਼ਾਮਪਲਸ ਦੇ ਨਾਲ ਸਮਝਾਇਆ ਹੋਇਆ ਹੈ, ਤਾਂ ਤੁਸੀਂ ਇਹ ਪੰਜੇ ਦੇ ਪੰਜੇ ਸੈਂਟੈਂਸ ਖੁਦ ਵੀ ਈਜ਼ੀਲੀ ਹੱਲ ਕਰ ਲਓਗੇ, ਕੋਈ ਪ੍ਰੋਬਲਮ ਨਹੀਂ ਹੈ। ਦੂਸਰੇ ਵਾਕ ਵੱਲ ਆਉਂਦੇ ਹਾਂ। ਹੀ ਡਿਡ ਨੋਟ ਵਰਕ ਹਾਰਡ ਅਦਰਵਾਈਜ਼ ਹੀ ਵੁੱਡ ਹੈਵ ਪਾਸਡ। ਤਾਂ ਦੇਖੋ ਹੁਣ ਇਹ ਫੇਰ ਨੈਗੇਟਿਵ ਹੈ, ਡਿਡ ਨੋਟ ਆਇਆ, ਤਾਂ ਆਪਾਂ ਪਹਿਲਾਂ ਇਫ ਦੇ ਨਾਲ ਕੀ ਲਗਾਵਾਂਗੇ? ਇਫ ਹੀ। ਇੱਥੇ ਹੁਣ ਆਪਾਂ ਪੋਜ਼ਿਟਿਵ ਬਣਾ ਲਾਂਗੇ ਕਿਉਂਕਿ ਇਹ ਨੈਗੇਟਿਵ ਹੈ, ਆਪਾਂ ਇਸ ਨੂੰ ਅਫਰਮੇਟਿਵ ਬਣਾ ਲਾਂਗੇ। ਤਾਂ ਇੱਥੇ ਮੇਨ ਵਰਬ ਆਈ ਹੈ ਜੀ ਵਰਕ, ਤਾਂ ਆਪਾਂ ਲਿਖਾਂਗੇ ਹੈਡ ਦੇ ਨਾਲ, ਕਿਉਂਕਿ ਪਾਸਟ ਪਰਫੈਕਟ ਟੈਂਸ ਬਣਾਉਣਾ ਤਾਂ ਹੈਡ ਦੇ ਨਾਲ ਵਰਕਡ ਪਾ ਦਾਂਗੇ ਜੀ। ਇਫ ਹੀ ਹੈਡ ਵਰਕਡ ਹਾਰਡ, ਫਿਰ ਉਸ ਤੋਂ ਬਾਅਦ ਕੋਮਾ ਪਾ ਦਾਂਗੇ। ਅਦਰਵਾਈਜ਼ ਕਰ ਦਾਂਗੇ ਜਿਵੇਂ ਉੱਪਰੀਆਂ ਐਗਜ਼ਾਮਪਲ 'ਚ ਆਪਾਂ ਦੇਖਿਆ ਹੈ। ਬਾਕੀ ਸਾਰਾ ਸੈਂਟੈਂਸ ਚੱਕ ਕੇ ਆਪਾਂ ਲਿਖ ਦਾਂਗੇ ਹੀ ਵੁੱਡ ਹੈਵ ਪਾਸਡ। ਤਾਂ ਲੋ ਜੀ, ਸਾਡਾ ਦਾ ਥਰਡ ਕੰਡੀਸ਼ਨਲ ਸੈਂਟੈਂਸ ਤਿਆਰ ਹੈ। ਇਸੇ ਤਰ੍ਹਾਂ ਤੀਸਰਾ ਸੈਂਟੈਂਸ ਦੇਖਦੇ ਹਾਂ ਜੀ ਕਿ ਅਕਬਰ ਹੈਲਡ ਆਊਟ ਹਿਸ ਪ੍ਰੋਟੈਕਟਿੰਗ ਆਰਮ ਇਨ ਫਰੰਟ ਆਫ ਬੈਰਮ ਖਾਨ ਅਦਰਵਾਈਜ਼ ਦਾ ਪੀਪਲ ਇਨ ਦਾ ਹਾਲ ਵੁੱਡ ਹੈਵ ਹਾਰਮਡ ਬੈਰਮ ਖਾਨ। ਦਾ ਯੰਗ ਅਕਬਰ ਚੈਪਟਰ 'ਚੋਂ ਲਿਆ ਗਿਆ। ਤਾਂ ਅਕਬਰ ਨੇ ਆਪਣੀ ਪ੍ਰੋਟੈਕਟਿੰਗ ਆਰਮ, ਆਪਣੀ ਬਾਂਹ ਅੱਗੇ ਕਰਤੀ ਜੀ, ਰੱਖਿਆ ਕਰਨ ਲਈ ਬੈਰਮ ਖਾਨ ਦੇ ਅੱਗੇ, ਇਨ ਫਰੰਟ ਆਫ ਕਰਤੀ, ਨਹੀਂ ਤਾਂ ਜਿਹੜੇ ਲੋਕ ਹਾਲ 'ਚ ਮੌਜੂਦ ਸੀਗੇ ਉਹ ਬੈਰਮ ਖਾਨ ਨੂੰ ਮਾਰ ਦਿੰਦੇ, ਉਸ ਨੂੰ ਨੁਕਸਾਨ ਪਹੁੰਚਾਉਂਦੇ। ਤਾਂ ਦੇਖੋ ਆਪਾਂ ਪਹਿਲਾਂ ਪੋਜ਼ਿਟਿਵ ਨੈਗੇਟਿਵ ਦੇਖ ਲੈਂਦੇ ਹਾਂ ਜੀ। ਤਾਂ ਇਹ ਸਾਡਾ ਅਫਰਮੇਟਿਵ ਸੈਂਟੈਂਸ ਹੈ, ਤਾਂ ਸਾਨੂੰ ਇੱਥੇ ਨੈਗੇਟਿਵ ਬਣਾਉਣਾ ਪਏਗਾ। ਤਾਂ ਪਹਿਲਾਂ ਤਾਂ ਅਸੀਂ ਲਾਵਾਂਗੇ ਜੀ ਇਫ, ਫਿਰ ਆਪਾਂ ਸੈਂਟੈਂਸ 'ਚ ਆਇਆ ਹੋਇਆ ਮੇਨ ਸਬਜੈਕਟ ਲਾਵਾਂਗੇ। ਸਬਜੈਕਟ ਸਾਡਾ ਅਕਬਰ ਹੈ, ਪਰ ਸਾਨੂੰ ਨੈਗੇਟਿਵ ਬਣਾਉਣਾ ਪਏਗਾ ਬਿਕੋਜ਼ ਇਹ ਵਾਲਾ ਵਾਕ ਸਾਡਾ ਪੋਜ਼ਿਟਿਵ ਹੈ। ਤਾਂ ਅਸੀਂ ਨੈਗੇਟਿਵ ਕਿਵੇਂ ਬਣਾਵਾਂਗੇ? ਹੈਡ ਦੇ ਨਾਲ ਨੋਟ ਲਗਾ ਦਾਂਗੇ। ਹੈਡ ਨੋਟ ਲਗਾਉਣ ਤੋਂ ਬਾਅਦ ਅਸੀਂ ਦੇਖਾਂਗੇ ਕਿ ਆਹ ਵਾਲੇ ਵਾਕ ਦੇ ਵਿੱਚ ਮੇਨ ਵਰਬ ਕੀ ਆਈ ਹੈ। ਤਾਂ ਬੱਚਿਓ ਜਿਹੜੀ ਮੇਨ ਵਰਬ ਹੈ ਨਾ, ਉਹਨੂੰ ਦੇਖਣਾ ਬੜਾ ਜ਼ਰੂਰੀ ਹੁੰਦਾ ਹੈ। ਉਹ ਅਸੀਂ ਕਿਵੇਂ ਦੇਖਾਂਗੇ ਕਿ ਐਕਚੁਅਲੀ ਅਕਬਰ ਨੇ ਕੀਤਾ ਕੀ? ਤਾਂ ਉਸਨੇ ਆਪਣੀ ਬਾਂਹ ਨੂੰ ਅੱਗੇ ਕੀਤਾ ਹੈ ਨਾ। ਤਾਂ ਬੱਚਿਓ ਜਿਹੜੀ ਆਹ ਵਾਲੀ ਹੈਲਡ ਹੈ ਸਾਡੀ ਮੇਨ ਵਰਬ ਹੈ। ਆਮ ਤੌਰ ਤੇ ਜਿਹੜੀ ਮੇਨ ਵਰਬ ਹੁੰਦੀ ਹੈ ਨਾ ਬੱਚਿਓ, ਸਬਜੈਕਟ ਦੇ ਨਾਲ ਹੀ ਪਈ ਹੁੰਦੀ ਹੈ, ਤਾਂ ਲੱਭਣੀ ਸੌਖੀ ਹੁੰਦੀ ਹੈ। ਤਾਂ ਵਰਬ ਦੀ ਫਾਰਮ ਹੁੰਦੀ ਹੈ ਜੀ ਹੋਲਡ, ਹੈਲਡ, ਹੈਲਡ। ਤਾਂ ਅਸੀਂ ਇੱਥੇ ਤੀਸਰੀ ਫਾਰਮ ਹੈਲਡ ਹੀ ਲਗਾਵਾਂਗੇ। ਇਫ ਅਕਬਰ ਹੈਡ ਨੋਟ ਹੈਲਡ ਆਊਟ ਹਿਜ਼ ਪ੍ਰੋਟੈਕਟਿੰਗ ਆਰਮ ਇਨ ਫਰੰਟ ਆਫ ਬੈਰਮ ਖਾਨ। ਤਾਂ ਜੇ ਅਸੀਂ ਦੋ ਕੰਡੀਸ਼ਨਾਂ ਤਾਂ ਪੂਰੀਆਂ ਕਰਤੀਆਂ, ਨਾਲ ਹੁਣ ਅਸੀਂ ਤੀਸਰੀ ਸ਼ਰਤ ਵੀ ਪੂਰੀ ਕਰ ਦਿੰਦੇ ਹਾਂ। ਅਦਰਵਾਈਜ਼ ਨੂੰ ਕੱਢ ਦਿੰਦੇ ਹਾਂ, ਇੱਥੋਂ ਚੱਕ ਕੇ ਸਾਰਾ ਵਾਕ ਕੋਮਾ ਪਾ ਕੇ ਲਿਖ ਦਿੰਦੇ ਹਾਂ। ਦਾ ਪੀਪਲ ਇਨ ਦਾ ਹਾਲ ਵੁੱਡ ਹੈਵ ਹਾਰਮਡ ਬੈਰਮ ਖਾਨ। ਚਲੋ ਜੀ, ਇਹ ਸਾਡਾ ਵਾਕ ਪੂਰਾ ਬਣ ਗਿਆ ਜੀ। ਸਾਡਾ ਦਾ ਥਰਡ ਕੰਡੀਸ਼ਨਲ ਰੈਡੀ ਹੈ। ਫੋਰਥ ਸੈਂਟੈਂਸ ਦੇਖਦੇ ਹਾਂ ਜੀ ਕਿ ਮਾਈਕਲਸ ਨੈਫਿਊ ਸਫਰਡ ਅ ਮਿਸਫੋਰਚੂਨ। ਮਾਈਕਲ ਦੇ ਭਤੀਜੇ ਦੇ ਨਾਲ ਮਾੜੀ ਗੱਲ ਹੋਈ। ਅਦਰਵਾਈਜ਼ ਹੀ ਵੁੱਡ ਹੈਵ ਰੀਪੇਡ ਦਾ ਡੈਟ ਹਿਮਸੈਲਫ, ਨਹੀਂ ਤਾਂ ਉਹ ਆਪਣੇ ਆਪ ਹੀ ਕਰਜ਼ਾ ਮੋੜ ਦਿੰਦਾ। ਤਾਂ ਇਹ ਦਾ ਸਟੋਰੀ ਆਫ ਮਾਈਕਲ ਚੋਂ ਲਿਆ ਗਿਆ ਜੀ ਵਾਕ। ਆਪਾਂ ਨੇ ਇਹ ਚੈਪਟਰ ਆਲਰੇਡੀ ਕਵਰ ਕੀਤਾ ਹੋਇਆ। ਇਹਦੇ ਵਿੱਚ ਆਪਾਂ ਪਹਿਲਾਂ ਇਹ ਦੇਖਾਂਗੇ ਬੱਚਿਓ ਕਿ ਇਹ ਅਫਰਮੇਟਿਵ ਹੈ ਕਿ ਨੈਗੇਟਿਵ ਹੈ। ਨੈਚੁਰਲੀ ਇਹ ਅਫਰਮੇਟਿਵ ਹੈ ਜੀ, ਤਾਂ ਅਸੀਂ ਹੁਣ ਨੈਗੇਟਿਵ ਲਿਖਾਂਗੇ। ਤਾਂ ਅਸੀਂ ਇੱਥੇ ਪਹਿਲਾਂ ਇਫ ਪਾ ਦਿੰਦੇ ਹਾਂ। ਇਫ ਮਾਈਕਲ, ਕਿਉਂਕਿ ਇਹੀ ਸਾਡਾ ਸਬਜੈਕਟ ਹੈ। ਐਕਚੁਅਲੀ ਮਾਈਕਲ ਨਹੀਂ ਹੈ ਬੱਚਿਓ, ਮਾਈਕਲਸ ਨੈਫਿਊ ਹੈ, ਕਿਉਂਕਿ ਉਸਦੇ ਨਾਲ ਹੀ ਆਇਆ। ਤਾਂ ਮਾਈਕਲਸ ਨੈਫਿਊ ਟੋਟਲ ਸਾਡਾ ਸਬਜੈਕਟ ਹੈ। ਤਾਂ ਇਹ ਬੇਟਾ ਸਬਜੈਕਟ ਧਿਆਨ ਨਾਲ ਚੁਣਨਾ ਹੁੰਦਾ ਹੈ ਵਾਕ ਦੇ ਵਿੱਚ। ਤਾਂ ਮਾਈਕਲਸ ਨੈਫਿਊ ਸਾਡਾ ਸਬਜੈਕਟ ਹੈ ਜੀ। ਹੁਣ ਕਿਉਂਕਿ ਸਾਨੂੰ ਨੈਗੇਟਿਵ ਬਣਾਉਣਾ ਪੈਣਾ ਹੈ ਪੋਜ਼ਿਟਿਵ ਦਾ, ਤਾਂ ਇੱਥੇ ਅਸੀਂ ਹੈਡ ਲਗਾ ਕੇ ਨੋਟ ਲਿਖ ਦਾਂਗੇ। ਹੈਡ ਨੋਟ ਸਫਰਡ, ਮੇਨ ਵਰਬ ਹੈ ਜੀ, ਇਹੀ ਆਈ ਹੈ, ਤਾਂ ਅਸੀਂ ਸਫਰਡ ਪਾਤਾ। ਆ ਮਿਸਫੋਰਚੂਨ ਕੋਮਾ ਪਾ ਕੇ, ਅਦਰਵਾਈਜ਼ ਕੱਢ ਦੋ ਜੀ, ਬਾਕੀ ਸਾਰਾ ਚੱਕ ਕੇ ਉਵੇਂ ਲਿਖ ਦੋ। ਹੀ ਵੁੱਡ ਹੈਵ ਰੀਪੇਡ ਦਾ
डेट हिमसेल्फ। लो जी साडा द थर्ड कंडीशनल तैयार है जी। लास्ट सेंटेंस है जी द नोबल्स पार्टी केम टू पार। नोबल पार्टी शक्ति च आ गई, अदरवाइज उबरटू वुड नॉट हैव बीन बैनिश्ड, नहीं तो उबरटू ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਂਦਾ। ਹੁਣ ਧਿਆਨ ਨਾਲ ਦੇਖੋ ਸਟੂਡੈਂਟਸ ਕਿ ਸਾਡਾ ਜਿਹੜਾ ਇਹ ਪਾਰਟ ਹੈ ਉਹ ਅਫਰਮੇਟਿਵ ਹੈ ਤੇ ਸਾਨੂੰ ਨੈਗੇਟਿਵ ਬਣਾਉਣਾ ਪਏਗਾ। ਪਹਿਲਾਂ ਅਸੀਂ ਇਫ ਲਗਾਵਾਂਗੇ ਤਾਂ ਸਾਡਾ ਸਬਜੈਕਟ ਹੈ ਜੀ ਦ ਨੋਬਲਸ ਪਾਰਟੀ, ਤਾਂ ਪਹਿਲਾਂ ਅਸੀਂ ਪਾ ਦਾਂਗੇ ਦ ਨੋਬਲਸ ਪਾਰਟੀ। ਫਿਰ ਉਸ ਤੋਂ ਬਾਅਦ ਕਿਉਂਕਿ ਪੋਜ਼ਿਟਿਵ ਹੈ ਤਾਂ ਅਸੀਂ ਨੈਗੇਟਿਵ ਲਿਖਾਂਗੇ ਜੀ ਹੈਡ ਨਾਟ। ਕਮ ਕੇਮ ਕਮ ਵਰਬ ਦੀ ਫਾਰਮ ਉਹੀ ਰਹਿ ਜਾਂਦੀ ਹੈ ਜੀ ਕਮ ਟੂ ਪਾਰ ਕੋਮਾ। ਹੁਣ ਅਦਰਵਾਈਜ਼ ਚੱਕ ਦਾਂਗੇ ਜੀ, ਉਸ ਤੋਂ ਬਾਅਦ ਸਾਰਾ ਉਮੀ ਲਿਖ ਦਾਂਗੇ ਉਬਰਟੂ would not have been banished। ਤਾਂ ਕੀ ਬਣਿਆ ਜੀ ਜੇਕਰ ਨੋਬਲ ਪਾਰਟੀ ਪਾਵਰ 'ਚ ਨਾ ਆਂਦੀ ਉਬਰਟੂ ਨੂੰ ਬੈਨਿਸ਼ ਨਾ ਕੀਤਾ ਜਾ ਸਕਦਾ ਹੁੰਦਾ। ਤਾਂ ਕਈ ਵਾਰੀ ਜੇ ਤੁਹਾਨੂੰ ਡਾਊਟ ਹੋਵੇ ਤਾਂ ਬੱਚੇ ਉਸ ਦੀ ਟਰਾਂਸਲੇਸ਼ਨ ਪੰਜਾਬੀ ਆਪਣੀ ਮਦਰ ਟੰਗ ਦੇ ਵਿੱਚ ਕਰਕੇ ਦੇਖ ਲਿਆ ਕਰੋ, ਤਾਂ ਉਸ ਦੇ ਨਾਲ ਸਾਨੂੰ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਅਸੀਂ ਜੋ ਸੈਂਟੈਂਸ ਬਣਾਇਆ ਹੈ ਉਹ ਸਹੀ ਬਣਾਇਆ। ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਅੱਜ ਦੀਆਂ ਦੋਨੇ ਐਕਸਰਸਾਈਜ਼ਿਸ ਜਿਸ ਦੇ ਵਿੱਚ ਆਪਾਂ ਦਾ ਥਰਡ ਕੰਡੀਸ਼ਨਲਸ ਡਿਸਕਸ ਕੀਤੇ ਨੇ ਪੂਰੀ ਤਰ੍ਹਾਂ ਸਮਝ ਆ ਗਏ ਹੋਣਗੇ। ਮੈਂ ਹਮੇਸ਼ਾ ਅਪੀਲ ਕਰਦਾ ਹੁੰਦਾ ਆਪਣੇ ਇਲੈਕਟਿਵ ਦੇ ਸਟੂਡੈਂਟਸ ਨੂੰ ਕਿ ਇਹ ਵਾਲੀਆਂ ਗ੍ਰਾਮਰ ਦੀ ਐਕਸਰਸਾਈਜ਼ ਬੱਚਿਓ ਤੁਸੀਂ ਜ਼ਰੂਰ ਕਰਿਆ ਕਰੋ, ਬਿਕੋਜ਼ ਇਹਦੇ ਨਾਲ ਗ੍ਰਾਮਰ ਆਪਣੀ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ। ਸਾਨੂੰ ਸੈਂਟੈਂਸ ਸਟਰਕਚਰਸ ਦਾ ਪਤਾ ਚੱਲਦਾ ਹੈ ਤੇ ਅਸੀਂ ਫਿਰ ਜਦੋਂ ਕੁਐਸਚਨ ਆਨਸਰਸ ਲਿਖਦੇ ਹਾਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ, ਨਾ ਤਾਂ ਲਿਖਣ 'ਚ ਤੇ ਨਾ ਹੀ ਉਹਨਾਂ ਨੂੰ ਯਾਦ ਕਰਨ 'ਚ। ਫਿਰ ਵੀ ਕੋਈ ਤੁਹਾਨੂੰ ਡਾਊਟ ਹੈ ਬੱਚਿਓ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਨੈਕਸਟ ਜਿਹੜੀਆਂ ਐਕਸਰਸਾਈਜ਼ਸ ਆਈਆਂ ਨੇ ਜੀ ਉਹ ਡਿਸਕਸ ਕਰਾਂਗੇ ਅਤੇ ਨਾਲ ਹੀ ਸੋਹਰਾਬ ਐਂਡ ਰੁਸਤਮ ਦਾ ਜਿਹੜਾ ਮੇਨ ਲੌਂਗ ਆਨਸਰ ਟਾਈਪ ਕੁਐਸਚਨ ਹੈ ਉਹਨਾਂ ਨੂੰ ਡਿਸਕਸ ਕਰਾਂਗੇ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇਸ ਚੈਪਟਰ ਨਾਲ ਰਿਲੇਟਿਡ ਬਾਕੀ ਸਾਰੇ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਫਿਰ ਕਿਸੇ ਵੀਡੀਓ ਨੂੰ ਲੈ ਕੇ ਮਿਲਦੇ ਹਾਂ ਜੀ। ਧੰਨਵਾਦ।